ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕੌਣ ਰੋਕੂ ਤਬਾਹੀ, ਅਕਤੂਬਰ ਮਹੀਨਾ ਬਣੇਗਾ ਪ੍ਰੀਖਿਆ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਮੇਰੇ ਸਾਥੀ ਪੱਤਰਕਾਰ ਸ਼੍ਰੀ ਚਰਨਜੀਤ ਜੀ। ਚਰਨਜੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਪੰਜਾਬ ਦੇ ਵਿੱਚ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਜਿਹੜਾ ਹੈਗਾ ਸ਼ੁਰੂ ਹੋ ਗਈ ਹੈ, ਪਰ ਇਸ ਦੇ ਨਾਲ ਹੀ ਜੇ ਦੇਖੀਏ ਤਾਂ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਵੀ ਅੱਜ ਤੋਂ ਹੀ ਜਿਹੜਾ ਹੈਗਾ ਕਹਿ ਸਕਦੇ ਹਾਂ ਸ਼ੁਰੂ ਹੋ ਗਿਆ। ਅਤੇ ਜਿਵੇਂ ਜਿਵੇਂ ਅੱਗੇ ਦਿਨ ਚੜ੍ਹਦੇ ਜਾਣਗੇ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵੀ ਜਿਹੜੀਆਂ ਹੈਗੀਆਂ ਵੱਧਦੀਆਂ ਜਾਣਗੀਆਂ ਅਤੇ ਇਹ ਸਰਕਾਰ ਲਈ ਇੱਕ ਨਵੀਂ ਚੁਣੌਤੀ ਵੀ ਬਣ ਸਕਦਾ। ਅਸੀਂ ਜਾਣਨਾ ਚਾਹਾਂਗੇ ਵੀ ਕਿ ਹਾਲ ਹੀ ਦੇ ਵਿੱਚ ਪੰਜਾਬ ਦੇ ਵਿੱਚ ਕਿਹੋ ਜਿਹੇ ਹਾਲਾਤ ਦਿਖ ਰਹੇ ਨੇ ਤੁਹਾਨੂੰ, ਪਰਾਲੀ ਨੂੰ ਸਾੜਨ ਦੇ ਕਹਿ ਲਈਏ ਜਾਂ ਹੋਰ ਜਿਹੜਾ ਇਸ ਤਰ੍ਹਾਂ ਪ੍ਰਦੂਸ਼ਣ ਵਧਣ ਦੇ, ਇਹਨਾਂ ਸਾਰੀਆਂ ਘਟਨਾਵਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇਹ ਕੋਈ ਸਮੱਸਿਆ ਜਿਹੜੀ ਨਵੀਂ ਤਾਂ ਨਹੀਂ ਹੈਗੀ ਹੈ ਕਿ ਪਿਛਲੇ 5-6 ਵਰ੍ਹਿਆਂ ਤੋਂ ਜਦੋਂ ਵੀ ਝੋਨੇ ਦਾ ਸੀਜ਼ਨ ਆਉਂਦਾ ਤੇ ਨਾਲ ਦੀ ਨਾਲ ਜਿਹੜਾ ਪਰਾਲੀ ਹੈ ਉਹ ਇੱਕ ਵੱਡਾ ਮੁੱਦਾ ਉੱਭਰ ਕੇ ਸਾਹਮਣੇ ਆਉਂਦੀ ਹੈ ਜੀ ਬਿਲਕੁਲ। ਖਾਸ ਕਰਕੇ ਜਦੋਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਸੀ, ਤੇ ਉਦੋਂ ਤਾਂ ਇਹ ਇੱਕ ਵੱਡਾ ਪੋਲੀਟੀਕਲ ਇਸ਼ੂ ਵੀ ਬਣਦਾ ਸੀ ਕਿਉਂਕਿ ਨੈਸ਼ਨਲ ਕੈਪੀਟਲ ਦੇ ਵਿੱਚ ਜਦੋਂ ਵੀ ਸਾਡੇ ਇੱਧਰ ਅਕਤੂਬਰ ਮਹੀਨਾ ਸ਼ੁਰੂ ਹੁੰਦਾ ਹੈ, ਅੱਗੇ ਜਾ ਕੇ ਜਿਉਂ-ਜਿਉਂ ਪਰਾਲੀ ਨੂੰ ਅੱਗਾਂ ਲੱਗਦੀਆਂ ਨੇ ਤਾਂ ਇਹਦਾ ਜ਼ਿੰਮੇਵਾਰ ਪੰਜਾਬ ਨੂੰ ਠਹਿਰਾਇਆ ਜਾਂਦਾ। ਅਤੇ ਦਿੱਲੀ ਦੇ ਵਿੱਚ ਜਿੰਨਾ ਪੋਲੂਸ਼ਨ ਹੁੰਦਾ ਹੈਗਾ, ਇੱਕ ਗੁਬਾਰ ਜਿਹਾ ਬਣ ਕੇ ਚੜ੍ਹਦਾ ਅਸਮਾਨ ਦੇ ਵਿੱਚ, ਉਹਦੇ ਲਈ ਜਿਹੜਾ ਪੰਜਾਬ ਨੂੰ ਹਮੇਸ਼ਾ ਕਟਹਿਰੇ 'ਚ ਖੜਾ ਕੀਤਾ ਜਾਂਦਾ ਰਿਹਾ। ਪਰ ਹੁਣ ਦੋਹਾਂ ਸੂਬਿਆਂ ਵਿੱਚ ਸੇਮ ਪਾਰਟੀ ਦੀ ਸਰਕਾਰ ਹੈ, ਇਸ ਕਰਕੇ ਪੋਲੀਟੀਕਲ ਮੁੱਦੇ ਦੇ ਤੌਰ 'ਤੇ ਤਾਂ ਨਹੀਂ, ਪਰ ਇੱਕ ਸਮੱਸਿਆ ਦੇ ਤੌਰ 'ਤੇ ਜਿਹੜੀ ਪਰਾਲੀ ਨੂੰ ਅੱਗ ਲਾਉਣ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਬਣਦੀਆਂ ਨੇ, ਲੋਕਾਂ ਲਈ ਵੀ ਚੁਣੌਤੀ ਬਣਦੀਆਂ ਨੇ ਔਰ ਪੰਜਾਬ ਸਰਕਾਰ ਲਈ ਵੀ ਇਹ ਚੁਣੌਤੀ ਬਣਦੀ ਹੈ, ਕੇਂਦਰ ਸਰਕਾਰ ਲਈ ਵੀ ਇੱਕ ਤਰ੍ਹਾਂ ਦਾ ਚੈਲੰਜ ਹੁੰਦਾ ਹੈ ਜੀ। ਹੁਣ ਤਕਰੀਬਨ ਪੰਜਾਬ ਦੇ ਵਿੱਚ ਆਤਿਸ਼ 31 ਲੱਖ ਹੈਕਟੇਅਰ ਦੇ ਵਿੱਚ ਜਿਹੜੀ ਝੋਨੇ ਦੀ ਲਵਾਈ ਹੋਈ ਹੈ ਔਰ ਅੱਜ ਜਿਹੜੀ ਸਰਕਾਰੀ ਖਰੀਦ ਹੈ ਪੰਜਾਬ ਸਰਕਾਰ ਨੇ ਸ਼ੁਰੂ ਕਰ ਦਿੱਤੀ ਹੈ ਸੂਬੇ ਦੇ ਵਿੱਚ ਜੀ। ਔਰ ਖਾਸ ਕਰਕੇ ਨਾਰਥ ਇੰਡੀਆ ਦੇ ਵਿੱਚ ਇਹਦੇ ਨਾਲ ਹੀ ਜਿਹੜਾ ਪਰਾਲੀ ਨੂੰ ਅੱਗ ਲਾਉਣਾ ਹੈ ਇਹ ਇੱਕ ਵੱਡਾ ਮੁੱਦਾ ਬਣ ਕੇ ਉੱਭਰਨਾ ਸ਼ੁਰੂ ਹੋ ਜਾਂਦਾ ਹੈ ਜੀ। ਪਿਛਲੀ ਵਾਰ ਤੁਹਾਡੇ ਯਾਦ ਹੋਏਗਾ ਕਿ ਪੰਜਾਬ ਤੇ ਹਰਿਆਣੇ ਆਪਸ ਦੇ ਵਿੱਚ ਮਿਹਣੋ ਮਿਹਣੀ ਵੀ ਹੋਏ ਸੀ ਇਸ਼ੂ ਨੂੰ ਲੈ ਕੇ। ਬਿਲਕੁਲ। ਹਾਲਾਂਕਿ ਆਪਾਂ ਦੇਖਦੇ ਹਾਂ ਕਿ ਝੋਨਾ ਇਹ ਤਾਂ ਹੈ ਨਹੀਂ ਕਿ ਪਿਛਲੇ 5-7 ਸਾਲਾਂ ਤੋਂ ਲੱਗ ਰਿਹਾ ਤੇ ਤਾਂ ਹੀ ਪਰਾਲੀ ਦਾ ਇਸ਼ੂ ਉੱਠਿਆ ਜੀ। ਇਹ ਤਾਂ 3-4 ਦਹਾਕੇ ਹੋ ਗਏ ਕਿ ਪੰਜਾਬ ਦੇ ਵਿੱਚ ਇਹ ਫਸਲ ਦੀ ਜਿਹੜੀ ਬਜਾਂਦ ਹੈ ਡੇ ਬਾਈ ਡੇ ਹਰ ਸਾਲ ਵੱਧਦੀ ਜਾ ਰਹੀ ਹੈਗੀ ਹੈ। ਪਰ ਹੁੰਦਾ ਕੀ ਸੀ ਕਿ ਪਹਿਲਾਂ ਅਕਸਰ ਜਿਹੜੀ ਸਾਰੀ ਪਰਾਲੀ ਜਦੋਂ ਅੱਗਾਂ ਅੱਗੇ ਵੀ ਲੱਗਦੀਆਂ ਸੀ ਜੀ, ਪਰ ਉਹ ਧੂੰਆਂ ਜਾਂ ਸਾਰਾ ਜਿਹੜਾ ਅੱਗ ਵਾਲਾ ਮਾਹੌਲ ਹੈ ਹੇਠਾਂ ਹੀ ਧਰਤੀ 'ਚ ਉਦੋਂ ਜਜ਼ਬ ਹੋ ਜਾਂਦਾ ਸੀਗਾ ਜੀ। ਕਿਉਂਕਿ ਹੁਣ ਅੱਗੇ ਸਿਆਲ ਸ਼ੁਰੂ ਹੋ ਗਏ ਨੇ ਤੇ ਉਹਦੇ ਨਾਲ ਇੱਕ ਤਰ੍ਹਾਂ ਦੀਆਂ ਧੁੰਦਾਂ ਵੀ ਸ਼ੁਰੂ ਹੋ ਜਾਂਦੀਆਂ ਨੇ, ਤਾਂ ਜਿਹੜਾ ਧੂੰਆਂ ਹੈ ਉਹ ਉੱਪਰ ਇੱਕ ਤਰ੍ਹਾਂ ਦਾ ਗੁਬਾਰ ਬਣ ਕੇ ਚੜ੍ਹ ਜਾਂਦਾ ਹੈਗਾ, ਉਹ ਥੱਲੇ ਜਜ਼ਬ ਨਹੀਂ ਹੁੰਦਾ ਪਹਿਲੇ ਦੀ ਤਰ੍ਹਾਂ। ਤਾਂ ਇਹ ਇੱਕ ਵੱਡਾ ਇਸ਼ੂ ਹੈ ਆਤਿਸ਼ ਪੰਜਾਬ ਦੇ ਲਈ, ਕਿਉਂਕਿ ਹਾਲਾਂਕਿ ਆਪਾਂ ਇਹ ਮੰਨਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਜਿਹੜਾ ਕਿਸਾਨ ਹੈ ਉਹ ਸਭ ਤੋਂ ਵੱਧ ਕੁਦਰਤ ਪੱਖੀ ਮੰਨਿਆ ਜਾਂਦਾ ਹੈਗਾ ਕਿ ਜਿਹੜੀ ਕੁਦਰਤ ਦੀ ਇੱਕ ਤਰੀਕੇ ਨਾਲ ਪੂਜਾ ਕਰਦੇ ਆ। ਆਪਾਂ ਨਿੱਕੇ ਹੁੰਦੇ ਸੁਣਦੇ ਰਹੇ ਆ ਪਿੰਡਾਂ ਦੇ ਵਿੱਚ ਕਿ ਜਦੋਂ ਵੀ ਕਿਸਾਨ ਆਪਣੀ ਨਵੀਂ ਫਸਲ ਬੋਂਦਾ ਹੈਗਾ ਤਾਂ ਉਹਦਾ ਚਿੜੀ ਜਨੌਰ ਦਾ ਹਿੱਸਾ ਕੱਢਦਾ ਹੈ, ਹਾਲੀ ਪਾਂਧੀ ਦਾ, ਰਾਹੀ ਪਾਂਧੀ ਦਾ, ਸਾਰਿਆਂ ਦਾ ਇੱਕ ਹਿੱਸਾ ਕੱਢਦਾ ਹੈ। ਇੱਥੋਂ ਤੱਕ ਕਿ ਅੱਗ ਨੂੰ ਇੱਕ ਤਬਾਹੀ ਦਾ ਅਤਿਸ਼ ਪ੍ਰਤੀਕ ਮੰਨਿਆ ਜਾਂਦਾ ਹੈਗਾ। ਤਾਂ ਕਿਸਾਨ ਹੈ ਜਿਹੜਾ ਕਦੇ ਵੀ ਫਸਲ ਦੇ ਵਿੱਚ ਅੱਗ ਨਹੀਂ ਲਾਉਂਦਾ ਜੀ। ਜੇ ਉਹਨੇ ਚਾਹ ਵੀ ਬਣਾਉਣੀ ਆਪਣੇ ਖੇਤ ਦੇ ਵਿੱਚ ਉਹ ਦਰਖਤ ਦੇ ਹੇਠ ਬਣਾਊ, ਜਾਂ ਉਹ ਖਾਲ ਹੈ ਜਿਹੜਾ ਖਾਲ ਦੇ ਵਿੱਚ ਆਰਜੀ ਚੁੱਲ੍ਹਾ ਪੱਟ ਕੇ ਜਿਹੜਾ ਉਹ ਅੱਗ ਬਾਲਦਾ ਹੈਗਾ ਜੀ। ਮਤਲਬ ਇੱਕ ਤਰ੍ਹਾਂ ਦੀ ਕੁਦਰਤ ਨਾਲ ਚਾਹੁੰਦਾ ਕਿ ਛੇੜਛਾੜ ਨਾ ਹੋਵੇ ਕਿਸੇ ਕਿਸਮ ਦੀ। ਪਰ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਜਿਹੜਾ ਕਿਸਾਨਾਂ ਦਾ ਵੀ ਸੁਭਾਅ ਜਿਹੜਾ ਬਦਲਿਆ ਹੈਗਾ ਜੀ, ਕਿਉਂਕਿ ਪਹਿਲਾਂ ਕੁਦਰਤ ਪੱਖੀ ਸੀ ਮਨੁੱਖ ਹੈ ਜਿਹੜਾ, ਕਿਉਂਕਿ ਜਦੋਂ ਗ੍ਰੀਨ ਰੈਵੋਲੂਸ਼ਨ ਆਈ ਉਸ ਤੋਂ ਬਾਅਦ ਸਾਡੇ ਮਾਈਂਡ ਸੈੱਟ ਹੈ ਜਿਹੜੇ ਚੇਂਜ ਹੋ ਗਏ, ਸਾਡੇ ਜਿਹੜੇ ਰਿਸ਼ਤੇ ਉਹ ਵੀ ਤਿਜਾਰਤੀ ਹੋ ਗਏ ਨੇ। ਫਸਲਾਂ ਦੇ ਵਿੱਚੋਂ ਸਾਡੀ ਇੱਕ ਮੁਨਾਫੇ ਦੀ ਹੋੜ ਹੈ ਜਿਹੜੀ ਉਹ ਕਿਸਾਨ ਦੇ ਵਿੱਚ ਵੀ ਆਈ ਹੈ ਕਿ ਵੱਧ ਤੋਂ ਵੱਧ ਪੈਦਾਵਾਰ ਕਿਵੇਂ ਲਈ ਜਾ ਸਕਦੀ ਹੈ। ਹਾਲਾਂਕਿ ਆਪਾਂ ਨੂੰ ਪਤਾ ਕਿ ਜਦੋਂ ਵੀ ਪਰਾਲੀ ਨੂੰ ਆਪਾਂ ਸਾੜਦੇ ਹਾਂ ਤਾਂ ਸਭ ਤੋਂ ਪਹਿਲਾਂ ਕਿਸਾਨ ਹੈ ਜਿਹੜਾ ਉਹ ਖੁਦ ਪ੍ਰਭਾਵਿਤ ਹੁੰਦਾ ਹੈ ਜੀ, ਕਿਉਂਕਿ ਮਨੁੱਖੀ ਸਿਹਤ 'ਤੇ ਅਸਰ ਪੈਂਦਾ ਹੈ। ਖਾਸ ਕਰਕੇ ਸਾਹ ਦਮੇ ਵਾਲੇ ਮਰੀਜ਼ਾਂ ਨੂੰ ਇਹਨਾਂ 2 ਮਹੀਨਿਆਂ ਦੇ ਵਿੱਚ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿੰਨੀ ਵਾਰ ਆਪਾਂ ਦੇਖਦੇ ਹਾਂ ਕਿ ਸੜਕਾਂ 'ਤੇ ਜਦੋਂ ਅੱਗਾਂ ਲਾਈਆਂ ਜਾਂਦੀਆਂ ਪਰਾਲੀ ਨੂੰ ਤਾਂ ਜਿਹੜਾ ਰੋਡ ਐਕਸੀਡੈਂਟ ਹੈ
ਉਹ ਵੀ ਵਧ ਜਾਂਦੇ ਨੇ ਜੀ ਬਿਲਕੁਲ। ਹੋਰ ਜੀਵ ਜੰਤੂ ਕਿੰਨੇ ਜਿਸ ਅੱਗਾਂ ਦੇ ਵਿੱਚ ਝੁਲਸ ਜਾਂਦੇ ਨੇ ਜੀ ਕਿੰਨੇ ਜਾਨਵਰਾਂ ਦਾ ਨੁਕਸਾਨ ਹੁੰਦਾ ਹੈ, ਕਿੰਨੇ ਖੇਤਾਂ 'ਚ ਖੜੇ ਆਪਾਂ ਦੇਖਦੇ ਹਾਂ ਗ੍ਰੀਨ ਬੈਲਟ ਹੁੰਦੀ ਹੈ ਜਿਹੜੀ ਲਿੰਕ ਰੋਡਸ ਦੇ ਨਾਲ, ਉਹ ਕਿੰਨੀ ਪ੍ਰਭਾਵਿਤ ਹੁੰਦੀ ਹੈ। ਇਹ ਸਾਰੀਆਂ ਚੀਜ਼ਾਂ ਤੇ ਜਿਹੜਾ ਅਸਰ ਹੈ ਉਹ ਪੈਂਦਾ। ਦਰਖਤ ਵੀ ਹੈ ਜਿਹੜੇ ਉਹ ਸੜ ਜਾਂਦੇ ਨੇ ਜੀ ਆਤਿਸ਼। ਅਸੀਂ ਕੀ ਹੈ ਕਿ ਜਿਹੜੀ ਸਮੱਸਿਆ ਹੈ ਉਹਦੀ ਜੜ ਤੋਂ ਨਹੀਂ ਅਸੀਂ ਉਹਨੂੰ ਕੱਢਦੇ, ਅਸੀਂ ਉੱਪਰ ਉਹਦੀਆਂ ਟਾਹਣੀਆਂ ਨੂੰ ਉਹਦੇ ਪੱਤਿਆਂ ਨੂੰ ਦੇਖਦੇ ਹਾਂ, ਉਹਦਾ ਇੱਕ ਆਰਜੀ ਇਲਾਜ ਕਰਨ ਦੀ ਸੋਚਦੇ ਹਾਂ ਜੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਹੈ ਕਿ ਅੱਗ ਲਾਉਣ ਦੀਆਂ ਜਿਹੜੀਆਂ ਘਟਨਾਵਾਂ ਪਿਛਲੇ ਸਾਲਾਂ ਦੇ ਵਿੱਚ ਥੋੜ੍ਹੀਆਂ ਘਟਣੀਆਂ ਸ਼ੁਰੂ ਹੋਈਆਂ ਨੇ, ਪਰ ਖਤਮ ਤਾਂ ਨਹੀਂ ਹੋਈਆਂ। ਜੀ ਬਿਲਕੁਲ। ਹੁਣ ਵੀ ਇਹ ਦੇਖੋ, ਚਾਹੇ ਸਰਕਾਰੀ ਖਰੀਦ ਅੱਜ ਸ਼ੁਰੂ ਹੋਈ ਹੈ, ਪਰ ਫਸਲ ਦੀ ਕਟਾਈ ਤਾਂ ਜਿਹੜੀ ਪਹਿਲਾਂ ਸ਼ੁਰੂ ਹੋ ਚੁੱਕੀ ਹੈ। ਜੀ। ਇੱਕਾ ਦੁੱਕਾ ਘਟਨਾਵਾਂ ਹਰ ਜ਼ਿਲ੍ਹੇ ਦੇ ਵਿੱਚ ਸਾਹਮਣੇ ਆਉਣੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਨੇ। ਹੁਣ ਪਰਾਲੀ ਦਾ ਮਸਲਾ ਤਾਂ ਆਪਾਂ ਕਹਿ ਦਿੰਦੇ ਕਿ ਇਹਨੂੰ ਅੱਗ ਨਾ ਲਾਓ ਜੀ, ਅਸੀਂ ਜਾਗਰੂਕ ਕਰਦੇ ਹਾਂ, ਧਰਤੀ ਦੀ ਸਿਹਤ ਨੂੰ ਖਤਰਾ ਹੈ, ਖੁਦ ਮਨੁੱਖਤਾ ਨੂੰ ਖਤਰਾ ਹੈ, ਪੋਲੂਸ਼ਨ ਪੈਦਾ ਹੁੰਦਾ ਇਹਦੇ ਨਾਲ। ਪਰ ਅਸੀਂ ਕਦੇ ਸੋਚਿਆ ਕਿ ਪਰਾਲੀ ਦੀ ਥਾਂ ਅਸੀਂ ਕਿ ਝੋਨੇ ਨੂੰ ਕਿਉਂ ਨਹੀਂ ਬਦਲ ਲੈਂਦੇ? ਜੀ ਅਸੀਂ ਪਰਾਲੀ ਦਾ ਹੱਲ ਕਰ ਰਹੇ ਹਾਂ ਪਰ ਝੋਨੇ ਦਾ ਕੋਈ ਹੱਲ ਨਹੀਂ ਕਰ ਰਹੇ। ਬਿਲਕੁਲ। ਝੋਨਾ ਲਾਉਣ ਲਈ ਪਿਛਲੀਆਂ ਸਰਕਾਰਾਂ ਨੇ ਆਪਾਂ ਦੇਖਿਆ ਥੋਕ ਦੇ ਵਿੱਚ ਟਿਊਬਵੈੱਲ ਕਨੈਕਸ਼ਨ ਵੰਡੇ, ਜ਼ਮੀਨੀ ਪਾਣੀ ਸਾਡਾ ਜਿਹੜਾ ਪੱਧਰ ਵੀ ਨੀਵਾਂ ਜਾ ਰਿਹਾ ਔਰ ਖਰਾਬ ਵੀ ਹੋ ਰਿਹਾ, ਉਹਦਾ ਮਨੁੱਖੀ ਸਿਹਤ ਤੇ ਵੀ ਅਸਰ ਪੈ ਰਿਹਾ। ਇਸੇ ਤਰ੍ਹਾਂ ਹੀ ਅਸੀਂ ਡਾਈਵਰਸੀਫਿਕੇਸ਼ਨ ਦਾ ਇਸ਼ੂ ਹੈ ਜਿਹੜਾ, ਉਹ ਕਦੇ ਵੀ ਸੀਰੀਅਸਲੀ ਕਿਸੇ ਵੀ ਸਰਕਾਰ ਨੇ ਨਹੀਂ ਲਿਆ। ਜੀ। ਹੁਣ ਆਪ ਸਰਕਾਰ ਨੇ ਖੇਤੀ ਨੀਤੀ ਬਣਾਉਣੀ ਸ਼ੁਰੂ ਕੀਤੀ ਹੈ, ਅਗਲੇ ਮਹੀਨੇ ਇਸੇ ਮਹੀਨੇ ਹੋ ਸਕਦਾ ਉਸ ਨੂੰ ਲਾਂਚ ਕਰਨ। ਉਹ ਚਲੋ ਇੱਕ ਚੰਗਾ ਉਪਰਾਲਾ ਹੈ, ਪਰ ਲੋੜ ਇਸ ਗੱਲ ਦੀ ਹੈ ਕਿ ਕਿਸਾਨਾਂ ਨੂੰ ਕਣਕ ਝੋਨੇ ਦੇ ਗੇੜ ਦੇ ਵਿੱਚੋਂ ਕਿਵੇਂ ਕੱਢਣਾ ਹੈਗਾ। ਤੁਸੀਂ ਜੀ ਕਿਸਾਨਾਂ ਨੂੰ ਅਸੀਂ ਝੋਨੇ ਦਾ ਬਦਲ ਕੀ ਦੇਣਾ ਹੈਗਾ, ਬਦਲ ਦੇ ਕੇ ਉਸ ਫਸਲ ਦੀ ਮਾਰਕੀਟਿੰਗ ਦਾ ਅਸੀਂ ਕੀ ਪ੍ਰਬੰਧ ਕਰਨਾ ਹੈ। ਮਤਲਬ ਕਿਸਾਨਾਂ ਨੂੰ ਅਸੀਂ ਪ੍ਰੇਰਿਤ ਕਰਨਾ ਹੈ ਕਿ ਅਸੀਂ ਘੱਟੋ ਘੱਟ ਜਿਹੜੀ ਫਸਲ ਸਾਨੂੰ ਪਤਾ ਕਿ ਸਾਡੀ ਆਪਦੀ ਪੰਜਾਬ ਦੀ ਫਸਲ ਨਹੀਂ ਹੈਗੀ ਹੈ, ਸਾਡੇ ਕੋਲ ਤਾਂ ਸਾਡੀਆਂ ਟ੍ਰੈਡੀਸ਼ਨਲ ਫਸਲਾਂ ਨਹੀਂ ਸੀ, ਇਹ ਪੰਜਾਬ ਦੀ ਕ੍ਰੌਪ ਹੈ ਹੀ ਨਹੀਂ ਜੀ, ਪਰ ਕਿਸਾਨ ਨੂੰ ਲੱਗਦਾ ਕਿ ਫੌਰੀ ਜਿਹੜਾ ਮੁਨਾਫਾ ਸਾਨੂੰ ਇਹਦੇ ਵਿੱਚੋਂ ਦਿਖਦਾ ਹੈਗਾ, ਇਸ ਕਰਕੇ ਅਸੀਂ ਧੜਾ ਧੜ ਪਾਣੀ ਵੀ ਖਿੱਚ ਰਹੇ ਹੈਗੇ ਆ ਤੇ ਧੜਾ ਧੜ ਅਸੀਂ ਆਪਦੀ ਸਿਹਤ ਨੂੰ ਵੀ ਦਾਅ ਤੇ ਲਾ ਰਹੇ ਹਾਂ। ਹੁਣ ਮਾਲਵੇ ਦੇ ਵਿੱਚ ਕੈਂਸਰ ਦੀਆਂ ਘਟਨਾਵਾਂ ਆਪਾਂ ਕਿੰਨੀਆਂ ਦੇਖਦੇ ਹੈਗੇ ਆ ਜੀ। ਸੋ ਲੋੜ ਇਸ ਗੱਲ ਦੀ ਹੈ ਕਿ ਸਰਕਾਰਾਂ ਵੀ ਕੁਝ ਕਰਨ ਕਿ ਕਿਸਾਨ ਹੈ ਜਿਹੜਾ ਉਹਨੂੰ ਇਹ ਨੌਬਤ ਤੱਕ ਨਾ ਪਹੁੰਚੇ ਉਹ ਕਿ ਡਾਈਵਰਸੀਫਿਕੇਸ਼ਨ, ਕਿ ਝੋਨੇ ਦਾ ਰਕਬਾ ਜਿਹੜਾ ਕਿਸ ਤਰ੍ਹਾਂ ਘਟਾਇਆ ਜਾ ਸਕਦਾ ਹੈ, ਕਿਸ ਤਰ੍ਹਾਂ ਉਸ ਦੀ ਮਾਰਕੀਟਿੰਗ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ, ਕਿਸ ਤਰ੍ਹਾਂ ਕਿਸਾਨਾਂ ਨੂੰ ਪ੍ਰੇਰਿਆ ਜਾ ਸਕਦਾ ਹੈ ਕਿ ਉਹ ਝੋਨੇ ਦੀ ਥਾਂ ਹੋਰ ਬਦਲਵੀਆਂ ਫਸਲਾਂ ਜਿਹੜੀਆਂ ਉਹ ਉਗਾਉਣ ਜੀ। ਔਰ ਆਤਿਸ਼ ਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਪਲੇ ਕਰ ਸਕਦੇ ਨੇ ਉਹ ਹੈਗੀਆਂ ਨੇ ਕਿਸਾਨ ਯੂਨੀਅਨਾਂ। ਆਪਾਂ ਠੀਕ ਹੈ, ਸਰਕਾਰ ਨੇ ਆਪਦਾ ਰੋਲ ਪਲੇ ਕਰਨਾ ਹੈ, ਕੁਦਰਤ ਤਾਂ ਸਾਰਿਆਂ ਲਈ ਹੈ, ਸਰਕਾਰਾਂ ਲਈ ਵੀ ਹੈ, ਲੋਕਾਂ ਲਈ ਵੀ ਹੈਗੀ ਹੈ, ਕਿਸਾਨਾਂ ਲਈ ਵੀ ਹੈਗੀ ਹੈ। ਇਸ ਕਰਕੇ ਸੁਸਾਇਟੀ ਦਾ ਪਾਰਟ ਹੋਣ ਦੇ ਨਾਤੇ ਸਾਡਾ ਇੰਡੀਵਿਜੂਅਲ ਵੀ ਫਰਜ਼ ਬਣਦਾ ਹੈ, ਜਿਹੜੀ ਕੁਦਰਤ ਸਾਨੂੰ ਇੰਨਾ ਅਨਾਜ ਦੇ ਰਹੀ ਹੈ, ਸਾਡੇ ਦੇਸ਼ ਦੇ ਅਨਾਜ ਭੰਡਾਰਾਂ ਨੂੰ ਭਰ ਰਹੀ ਹੈਗੀ ਹੈ, ਕਿਸਾਨਾਂ ਦੇ ਘਰਾਂ ਹਰ ਮਨੁੱਖਤਾ ਨੂੰ ਰੋਟੀ ਦੇ ਰਹੀ ਹੈ, ਸਾਡਾ ਢਿੱਡ ਪਾਲ ਰਹੀ ਹੈ, ਚਲਾ ਰਹੀ ਹੈਗੀ ਹੈ, ਤਾਂ ਸਾਡਾ ਇੱਕ ਇਖਲਾਕੀ ਤੌਰ ਤੇ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪਦੀ ਕੁਦਰਤ ਨੂੰ ਜਿਹੜੀ ਉਹਦੇ ਨਾਲ ਕੋਈ ਛੇੜਛਾੜ ਨਾ ਕਰੀਏ, ਆਪਦੇ ਖੇਤਾਂ ਨੂੰ ਉਵੇਂ ਪਾਲੀਏ ਜਿਵੇਂ ਅਸੀਂ ਪੁੱਤਾਂ ਨੂੰ ਪਾਲਦੇ ਹੈਗੇ। ਬਿਲਕੁਲ। ਸੋ ਇਹ ਕਿਸਾਨਾਂ ਦਾ ਖੁਦ ਵੀ ਫਰਜ਼ ਬਣਦਾ ਹੈਗਾ। ਉਦੋਂ ਇਲਾਵਾ ਜਿਹੜੀ ਕਿਸਾਨ ਯੂਨੀਅਨਾਂ ਅਗਵਾਈ ਕਰਦੀਆਂ ਨੇ, ਮੈਂ ਪਿਛਲੇ ਟਾਈਮਾਂ 'ਚ ਦੇਖਿਆ ਹੈਗਾ ਕਿ ਕਿਸਾਨ, ਇਹ ਗੱਲ ਸਹੀ ਹੈ ਕਿ ਮਜਬੂਰੀ 'ਚ ਉਸਨੂੰ ਇਹ ਚੀਜ਼ ਕਰਨਾ ਪੈਂਦਾ ਕਿਉਂਕਿ ਉਹਨੂੰ ਇਹ ਹੁੰਦਾ ਕਿ ਛੇਤੀ ਇੱਕ ਸ਼ਾਰਟਕਟ ਹੈਗਾ ਕਿ ਉਹਦੇ ਨਾਲ ਅਗਲੀ ਫਸਲ ਦੀ ਵੀ ਉਹਨੇ ਤਿਆਰੀ ਕਰਨੀ ਹੁੰਦੀ ਹੈਗੀ ਹੈ। ਉਹਨੂੰ ਲੱਗਦਾ ਕਿ ਅੱਗ ਲਾ ਕੇ ਥੋੜ੍ਹੇ ਦਿਨਾਂ 'ਚ ਕੰਮ ਚੱਲ ਜਾਂਦਾ ਹੈਗਾ, ਉਸ ਤਰ੍ਹਾਂ ਦੇ ਕੋਈ ਚੱਕਰ 'ਚ ਨਹੀਂ ਪੈਂਦਾ। ਕਿਸਾਨ ਯੂਨੀਅਨਾਂ ਪਿਛਲੇ ਟਾਈਮ 'ਚ ਮੈਂ ਕੁਛ ਦੇਖਦਾ ਰਿਹਾ ਕਈ ਥਾਵਾਂ 'ਤੇ ਕਿ ਉਹ ਇਸ ਗੱਲ ਨੂੰ ਇਨਸਟੀਗੇਟ ਕਰਦੀਆਂ ਰਹੀਆਂ ਨੇ ਕਿ ਜਦੋਂ ਤੁਸੀਂ ਇੱਕ ਪਿੰਡ ਦੇ ਵਿੱਚ ਕਿਸਾਨ ਯੂਨੀਅਨ ਦਾ ਨੇਤਾ ਇਹ ਕਹੇਗਾ ਕਿ ਤੁਸੀਂ ਅੱਗ ਲਾਓ, ਅਸੀਂ ਦੇਖਦੇ ਹਾਂ ਕਿ ਤੁਹਾਨੂੰ ਕੌਣ ਰੋਕਦਾ ਹੈ ਜੀ, ਤਾਂ ਉਹਦੇ ਨਾਲ ਕਿਸਾਨ ਜਿਹੜਾ ਨਹੀਂ ਵੀ ਲਾਉਣਾ ਚਾਹੁੰਦਾ ਉਹ ਵੀ ਫਿਰ ਪ੍ਰੇਰਿਤ ਹੋ ਜਾਂਦਾ ਹੈ ਜੀ ਕਿ ਸੌਖਾ ਤਰੀਕਾ ਹੈ, ਹੁਣ ਸਾਨੂੰ ਸ਼ੈਲਟਰ ਵੀ ਮਿਲ ਗਈ। ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ 1.5 ਮਹੀਨੇ ਦੇ ਵਿੱਚ ਜਿੱਥੇ ਆਮ ਲੋਕਾਂ ਦੇ ਨੂੰ ਵੀ ਆਪਣੇ ਫਰਜ਼ ਨਿਭਾਉਣੇ ਪੈਣਗੇ, ਸਰਕਾਰਾਂ ਨੂੰ ਅੱਗੇ ਹੋ ਕੇ ਅਗਵਾਈ ਕਰਨੀ ਪਏਗੀ, ਉੱਥੇ ਕਿਸਾਨ ਯੂਨੀਅਨਾਂ ਇੱਕ ਵੱਡਾ ਰੋਲ ਪਲੇ ਕਰ ਸਕਦੀਆਂ ਨੇ ਇਸ ਮਸਲੇ ਦੇ ਵਿੱਚ ਵਾਤਾਵਰਨ ਨੂੰ ਬਚਾਉਣ ਲਈ। ਹੁਣ ਕਿਰਤੀ ਕਿਸਾਨ ਯੂਨੀਅਨ ਵਾਲੇ ਹੈ, ਉਹ ਇਸ ਨੂੰ ਏਜੰਡੇ ਦੇ ਤੌਰ ਤੇ ਲੈ ਰਹੇ ਨੇ, ਉਹਨਾਂ ਨੂੰ ਲੱਗਦਾ ਕਿ ਅਸੀਂ ਇਸ ਗੱਲ ਦੇ ਹੱਕ 'ਚ ਨਹੀਂ ਜੀ। ਉਹ ਕਹਿੰਦੇ ਨੇ ਕਿ ਇੱਕ ਖੇਤੀ ਦਾ ਜਿਹੜਾ ਮਾਡਲ ਹੈ ਉਹੀ ਚੇਂਜ ਹੋਣਾ ਚਾਹੀਦਾ ਹੈ। ਬਿਲਕੁਲ, ਮਾਡਲ ਹੈ ਜਿਹੜਾ ਮਨੁੱਖਤਾ ਪੱਖੀ ਹੋਣਾ ਚਾਹੀਦਾ ਹੈ, ਵਾਤਾਵਰਨ ਪੱਖੀ ਹੋਣਾ ਚਾਹੀਦਾ ਹੈ। ਇਹ ਤਾਂ ਟੋਟਲੀ ਮਾਡਲ ਹੈ ਜਿਹੜਾ ਹੁਣ ਤਬਦੀਲ ਹੁੰਦਾ ਜਾਂਦਾ, ਕਾਰਪੋਰੇਟ ਪੱਖੀ ਮਾਡਲ ਹੈ ਜਿਹੜਾ ਬਣਦਾ ਜਾ ਰਿਹਾ। ਤਾਈਓ ਅਸੀਂ ਇਸ ਸਵਾਰਥ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਭੁੱਲ ਗਏ ਹਾਂ ਜੀ। ਤਾਈਓ ਅਸੀਂ ਆਪਣੀ ਸਮਾਜ ਦਾ ਵੀ ਫਿਕਰ ਕਰਨਾ ਛੱਡ ਦਿੱਤਾ, ਆਪਣੇ ਖੇਤਾਂ ਦਾ ਵੀ ਫਿਕਰ ਕਰਨਾ ਛੱਡ ਦਿੱਤਾ।
ਮੈਂ ਜਦੋਂ ਕਾਟਨ ਬੈਲਟ ਦੇ ਵਿੱਚ ਸੀ, ਕਿੰਨਾ ਕਵਰੇਜ ਕੀਤੀ ਹੈ 20 ਸਾਲ ਉੱਥੇ, ਤਾਂ ਮੈਂ ਦੇਖਦੇ ਰਿਹਾ ਕਿ ਜੇ ਸਾਰੇ ਪੰਜਾਬ ਦੇ ਵਿੱਚ 1200 ਕਰੋੜ ਦੇ ਕੀਟਨਾਸ਼ਕ ਲੱਗਦੇ ਸੀਗੇ ਤਾਂ ਕੱਲੀ ਕਾਟਨ ਬੈਲਟ ਦੇ ਵਿੱਚ 800 ਕਰੋੜ ਦੀ ਖਪਤ ਸੀਗੀ। ਤੇ ਕਿੱਥੇ ਜਾਂਦਾ ਸੀ ਸਾਰਾ? ਬਿਲਕੁਲ ਸਾਰੀਆਂ ਰੇਹਾਂ ਸਪਰੇਆਂ ਉੱਥੇ ਧਰਤੀ 'ਚ ਹੀ ਜਾਂਦੀਆਂ ਨੇ, ਅਲਟੀਮੇਟਲੀ ਤੁਹਾਡੇ ਪੇਟ ਅੰਦਰ ਜਾਂਦੀਆਂ ਨੇ। ਸੋ ਇਸ ਕਰਕੇ ਜਿੱਥੇ ਸਰਕਾਰਾਂ ਦਾ ਫਰਜ਼ ਹੈ ਆਤਿਸ਼, ਉੱਥੇ ਲੋਕਾਂ ਦਾ ਵੀ ਫਰਜ਼ ਹੈ, ਉੱਥੇ ਕਿਸਾਨ ਯੂਨੀਅਨ ਦਾ ਇੱਕ ਪ੍ਰੀਖਿਆ ਦੀ ਘੜੀ ਉਹਨਾਂ ਲਈ ਵੀ ਹੈਗੀ ਹੈ ਕਿ ਅਸੀਂ ਆਪਣੇ ਵਾਤਾਵਰਨ ਨੂੰ ਬਚਾਈਏ, ਕਿ ਘੱਟ ਤੋਂ ਘੱਟ ਜਿਹੜੀਆਂ ਪਰਾਲੀ ਨੂੰ ਅੱਗਾਂ ਲਾਈਏ। ਜੀ ਚਰਨਜੀਤ ਜੀ, ਜਿਵੇਂ ਆਪਾਂ ਗੱਲ ਕਰਕੇ ਹਟੇ ਹਾਂ ਵੀ ਕਿ ਪਰਾਲੀ ਦਾ ਮੁੱਦਾ ਕੋਈ ਨਵਾਂ ਨਹੀਂ ਹੈ, ਪੁਰਾਣਾ ਮੁੱਦਾ ਹੈ। ਹਰ ਵਾਰ ਜਦੋਂ ਪਰਾਲੀ ਦੀ ਇਹ ਹੁਣ ਝੋਨੇ ਦੀ ਵਾਢੀ ਦਾ ਆਉਂਦਾ, ਮੌਸਮ ਆਉਂਦਾ, ਸੀਜ਼ਨ ਆਉਂਦਾ ਜਾਂ ਝੋਨੇ ਦੀ ਖਰੀਦ ਦਾ ਸੀਜ਼ਨ ਆਉਂਦਾ, ਉਦੋਂ ਹੀ ਇਹ ਇੱਕ ਮੁੱਦਾ ਉੱਭਰ ਕੇ ਸਭ ਦੇ ਸਾਹਮਣੇ ਆਉਂਦਾ ਤੇ ਇੱਕ ਸਿਆਸੀ ਮੁੱਦਾ ਬਣ ਜਾਂਦਾ। ਪਰ ਅਸੀਂ ਜਾਣਨਾ ਚਾਹਾਂਗੇ ਕਿ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਤਾਂ ਛੱਡੀਏ, ਪਰ ਹੁਣ ਨਵੀਂ ਸਰਕਾਰ ਹੈ, ਇਸ ਸਰਕਾਰ ਵੱਲੋਂ ਝੋਨੇ ਦੀ ਇਹ ਜਿਹੜੀ ਅੱਗ ਲਾਉਣ ਦੀ ਘਟਨਾਵਾਂ ਹੈ, ਇਸ ਨੂੰ ਰੋਕਣ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ, ਕੀ ਕੁਝ ਕੀਤਾ ਗਿਆ? ਦੇਖੋ, ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜਿਹੜੇ, ਜੇ ਆਪਾਂ ਫੈਕਟ ਤੇ ਨਜ਼ਰ ਮਾਰਦੇ ਹਾਂ ਤਾਂ ਸਾਨੂੰ ਜ਼ਰੂਰ ਇੱਕ ਬਦਲਾਅ ਹੈ ਜਿਹੜਾ, ਜਾਂ ਤਬਦੀਲੀ ਹੈ ਉਹ ਨਜ਼ਰ ਆ ਰਹੀ ਹੈ ਕਿ ਜਿਹੜੀਆਂ ਅੱਗ ਨੂੰ ਲਾਉਣ ਦੀਆਂ ਘਟਨਾਵਾਂ ਸੀਗੀਆਂ ਪਹਿਲਾਂ, ਉਹ ਜ਼ਿਆਦਾ ਸੀ। ਜਿਵੇਂ ਮਿਸਾਲ ਦੇ ਤੌਰ ਤੇ 2021 ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਝੋਨੇ ਦੇ ਸੀਜ਼ਨ 'ਚ 71,000 ਘਟਨਾਵਾਂ ਜਿਹੜੀਆਂ ਅੱਗਾਂ ਜਿਹੜੀਆਂ ਲੱਗੀਆਂ ਨੇ ਖੇਤਾਂ ਨੂੰ, ਔਰ ਪਿਛਲੇ ਸਾਲ ਇਹਦੀ ਗਿਣਤੀ ਘਟ ਕੇ 49,000 ਰਹਿ ਗਈ। ਇਹਦਾ ਮਤਲਬ ਹੈ ਕਿ ਇੱਕ ਸਾਲ ਦੇ ਵਿੱਚ 20,000 ਘਟਨਾਵਾਂ ਜਿਹੜੀਆਂ ਅੱਗਾਂ ਨੇ ਉਹ ਘੱਟ ਲੱਗੀਆਂ ਨੇ ਪਿਛਲੇ ਸਾਲ ਦੀ ਬਜਾਏ। ਹੁਣ ਦੇਖਾਂਗੇ ਕਿ ਇਸ ਸਾਲ ਕਿੰਨਾ ਕੁ ਇਸ ਨੂੰ ਫਰਕ ਪੈਂਦਾ ਹੈ। ਦੋ ਤਰੀਕੇ ਹੁੰਦੇ ਆ ਕਿ ਇੱਕ ਤਾਂ ਤੁਸੀਂ ਪ੍ਰੇਰੋਂ, ਇਸ ਵਾਰ ਇਹਨਾਂ ਨੇ ਜਿਹੜੀ ਪੰਜਾਬ ਸਰਕਾਰ ਨੇ ਚਾਕ ਆਊਟ ਕੀਤੀ ਹੈ ਸਾਰੀ ਰਣਨੀਤੀ, ਉਹਦੇ ਵਿੱਚ ਇਹ ਹੈ ਕਿ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਨੂੰ ਨਾਲ ਲੈ ਕੇ, ਐਗਰੀਕਲਚਰ ਡਿਪਾਰਟਮੈਂਟ ਨੂੰ ਨਾਲ ਲੈ ਕੇ ਪੂਰੇ ਪੰਜਾਬ ਦੇ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਨੂੰ ਵੀ ਸ਼ਾਇਦ ਸ਼ਾਮਲ ਕੀਤਾ ਜਾਏਗਾ। ਉਹਦੇ ਵਿੱਚ ਕੰਪੇਨ ਚਲਾਈ ਗਈ ਜਾਏਗੀ ਇਹਨਾਂ ਦਿਨਾਂ 'ਚ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਇਸ ਬਾਰੇ ਅਵੇਅਰ ਕੀਤਾ ਜਾ ਸਕੇ। ਦੂਸਰਾ ਰਸਤਾ ਹੁੰਦਾ ਸਖਤੀ ਦਾ। ਪਿਛਲੇ ਬਾਰੇ ਦੇਖੋ, ਇੱਕ ਆਪਾਂ ਦੇਖਿਆ ਸੀ ਕਿ ਇੱਕ ਪਾਰਟ ਤੇ ਜਾ ਕੇ ਇਹ ਹੋ ਗਿਆ ਕਿ ਕਿਸਾਨਾਂ ਦੀ ਜਿਹੜੀ ਰੈੱਡ ਐਂਟਰੀ ਮਾਲ ਵਿਭਾਗ ਦੇ ਰਿਕਾਰਡ ਦੇ ਵਿੱਚ ਪਾਉਣੀ ਸ਼ੁਰੂ ਕਰ ਦਿੱਤੀ ਸੀ ਕਿ ਜਿਹੜੇ ਕਿਸਾਨ ਖੇਤਾਂ ਨੂੰ ਆਪਣੀ ਪਰਾਲੀ ਨੂੰ ਅੱਗ ਲਾਉਣਗੇ ਉਹਨਾਂ ਦੀ ਰੈੱਡ ਐਂਟਰੀ ਕਰ ਦਿੱਤੀ ਜਾਂਦੀ ਸੀ। ਸਖਤੀ ਵੀ ਸ਼ੁਰੂ ਕੀਤੀ ਸੀ। ਫਿਰ ਕਿਸਾਨ ਯੂਨੀਅਨ ਨੇ ਰੌਲਾ ਪਾਇਆ ਸੀਗਾ। ਫਿਰ ਮੈਨੂੰ ਇਹ ਲੱਗਦਾ ਕਿ ਐਤਕੀ ਸਖਤੀ ਤਾਂ ਨਹੀਂ ਹੋਣੀ, ਕਿਉਂਕਿ ਅੱਗੇ ਜਿਹੜੀਆਂ ਹੈਗੀਆਂ ਨੇ ਤੁਹਾਡੀਆਂ ਇਲੈਕਸ਼ਨਸ ਆ ਰਹੀਆਂ ਨੇ, ਇਸ ਕਰਕੇ ਕਿਸਾਨਾਂ ਨਾਲ ਵਰਤੀ ਤਾਂ ਨਰਮੀ ਜਾਏਗੀ। ਤਾਂ ਸਾਰਾ ਜ਼ੋਰ ਮੈਨੂੰ ਲੱਗਦਾ ਕਿ ਇਸ ਵਾਰ ਇਸੇ ਗੱਲ ਤੇ ਲਾਏਗਾ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਜਿਹੜਾ ਜਾਗਰੂਕ ਕੀਤਾ ਜਾਵੇ। ਮੋਟੀ ਜਿਹੀ ਨਜ਼ਰ ਮਾਰੀਏ ਤਾਂ ਆਪਾਂ ਪੰਜਾਬ ਦੇ ਵਿੱਚ ਆਤਿਸ਼ 19 ਮਿਲੀਅਨ ਟਨ ਹੈ ਜਿਹੜੀ ਉਹ ਪਰਾਲੀ ਜਿਹੜੀ ਹੈ ਪ੍ਰੋਡਿਊਸ ਹੁੰਦੀ ਹੈ, ਜਿਹਦੇ ਵਿੱਚੋਂ 14.5 ਲੱਖ ਆਇਡੈਂਟੀਫਾਈ ਕੀਤੀ ਹੈ ਕਿ ਇੰਨੇ ਮਿਲੀਅਨ ਟਨ ਹੈ ਜੀ, 14.5 ਲੱਖ ਇਹਨੂੰ ਅੱਗ ਲੱਗਦੀ ਹੈਗੀ ਹੈ ਜੀ। ਇਹਦੇ ਵਿੱਚੋਂ ਇਹ ਕਿਹਾ ਜਾਂਦਾ ਕਿ ਇਨਸੀਟੂ ਮੈਨੇਜਮੈਂਟ ਹੈ ਜਿਹਦੇ ਵਿੱਚ ਧਰਤੀ 'ਚ ਜਜ਼ਬ ਹੁੰਦੀ ਹੈ, ਉਹ 11.5 ਲੱਖ ਮਿਲੀਅਨ ਮੰਨੀ ਜਾਂਦੀ ਹੈ। ਜਿਹੜੀ ਐਕਸੀਟੂ ਮੈਨੇਜਮੈਂਟ ਦੇ ਤਹਿਤ ਜਿਹਦੇ ਵਿੱਚ ਗੱਠਾਂ ਬਣਾ ਦਿੱਤੀਆਂ ਨੇ, ਉਹ 2.5 ਲੱਖ 80,000 ਜਿਹੜਾ ਹੈਗਾ ਉਹ ਫੂਡਰ ਦੇ ਲਈ ਵਰਤੀ ਜਾਂਦੀ ਹੈਗੀ ਹੈ। ਤੇ ਸ਼ੇਖ ਜ਼ਿਲ੍ਹੇ ਐਤਕੀ ਇਹਨਾਂ ਨੇ ਕਿਹਾ ਕਿ ਅਸੀਂ ਟਾਰਗੇਟ ਮਿੱਥਿਆ ਕਿ ਉਹਨਾਂ ਨੂੰ ਅਸੀਂ ਜਿਹੜਾ ਫਾਇਰ ਫਰੀ ਕਰਨਾ ਹੈਗਾ ਪੰਜਾਬ। ਦੇਖਾਂਗੇ ਕਿ ਪ੍ਰੈਕਟੀਕਲੀ ਕਿੰਨਾ ਕੁ ਹੋ ਪਾਏਗਾ, ਪਰ ਫਿਰ ਵੀ ਅੱਗਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਘਟਣਗੀਆਂ ਤਾਂ ਨਹੀਂ। ਹੁਣ ਭਾਰਤ ਸਰਕਾਰ ਨੇ ਵੀ ਪਿਛਲੇ 2-3 ਸਾਲਾਂ ਤੋਂ ਜਿਹੜੀ ਬਹੁਤ ਸਾਰੀ ਮਸ਼ੀਨਰੀ ਹੈ, ਚਾਹੇ ਉਹ ਜ਼ੀਰੋ ਡਰਿਲ ਹੈ, ਹੈਪੀ ਸੀਡਰ ਹੈ, ਠੀਕ ਹੈ, ਇਹ ਸਾਰੀ ਮਸ਼ੀਨਰੀ ਜਿਹੜੀ ਹੈਵੀ ਮਸ਼ੀਨਰੀ ਹੈ ਉਹਦੇ ਲਈ ਸਬਸਿਡੀ ਦੇਣੀ ਸ਼ੁਰੂ ਕੀਤੀ ਹੈ। 1370 ਕਰੋੜ ਰੁਪਏ ਦਿੱਤਾ ਹੈਗਾ। ਉਹਦੇ ਨਾਲ ਪਿੰਡਾਂ ਦੇ ਪਿੰਡ ਭਰ ਗਏ ਨੇ। ਹੁਣ ਇਹਦੇ ਵਿੱਚ ਵੀ ਆਪਾਂ ਦੇਖੋ ਕਿ ਕਿੱਦਾਂ ਕਾਰਪੋਰੇਟ ਨੂੰ ਇਹ ਚੀਜ਼ ਫਾਇਦਾ ਦਿੰਦੀ ਹੈਗੀ ਹੈ ਕਿ ਅਸੀਂ ਪਹਿਲਾਂ ਤਾਂ ਹੈਵੀ ਮਸ਼ੀਨਰੀ ਕੱਢ ਦਿੱਤੀ, ਫਿਰ ਹੈਵੀ ਮਸ਼ੀਨਰੀ ਲਈ ਜਿਹੜੇ ਛੋਟੇ ਟਰੈਕਟਰ ਹਾਰਸ ਪਾਵਰ ਦੇ ਨੇ ਉਹ ਉਹਦੇ ਲਈ ਕਾਬਲ ਨਹੀਂ ਸਮਝੇ ਜਾਂਦੇ, ਸਮਰੱਥ ਨਹੀਂ। ਇਸ ਕਰਕੇ ਜਦੋਂ ਤੁਸੀਂ ਮਸ਼ੀਨਰੀ ਲਾਓਗੇ ਤਾਂ ਤੁਹਾਨੂੰ ਟਰੈਕਟਰ ਵੀ ਵੱਡਾ ਲੈਣਾ ਪਏਗਾ। ਸੋ ਇਸ ਕਰਕੇ ਪਹਿਲਾਂ ਤਾਂ ਤੁਹਾਡੀ ਮਸ਼ੀਨਰੀ ਵੇਚੀ ਜਾਂਦੀ ਆ ਉਹ, ਫਿਰ ਉਹਦੇ ਨਾਲ ਤੁਹਾਨੂੰ ਟਰੈਕਟਰ ਵੀ ਨਾਲ ਲੈਣੇ ਪੈਂਦੇ ਨੇ। ਇਸ ਕਰਕੇ ਟਰੈਕਟਰਾਂ ਦੇ, ਹਾਲਾਂਕਿ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਆ ਕਿ ਪਹਿਲਾਂ ਹੀ ਬਹੁਤ 5.5 ਲੱਖ ਦੇ ਕਰੀਬ ਜਿਹੜੇ ਟਰੈਕਟਰ ਹੈਗੇ ਨੇ, ਤੇ ਇਹ ਖੇਤੀ ਮਾਰ ਵੀ ਕਹਿੰਦੇ ਨੇ ਕਿ ਜੇ ਤੁਹਾਡਾ ਟਰੈਕਟਰ ਪੂਰੇ ਸਾਲ ਦੇ ਵਿੱਚ 1000 ਘੰਟਾ ਚੱਲਦਾ ਹੈ ਤਾਂ ਤੁਹਾਨੂੰ 12 ਖਾਂਦਾ ਉਹ। ਪਰ ਪੰਜਾਬ ਦੇ ਵਿੱਚ ਕੀ ਸਾਡਾ ਸੀਜ਼ਨ ਬੜਾ ਥੋੜਾ ਹੁੰਦਾ ਹੈ। ਬਿਲਕੁਲ, ਹੁਣ ਸਾਡੀ ਕਣਕ ਦੀ ਲੁਆਈ ਵਾਲਾ ਹੋ ਗਿਆ, ਟੋਟਲ ਜਿਹੜੀ ਮਾਰਾਂ ਨੇ ਕੱਢੀ ਉਹ ਕਿ 200 ਘੰਟੇ ਤੋਂ ਲੈ ਕੇ 250 ਘੰਟੇ ਟਰੈਕਟਰ ਹੈ ਜਿਹੜਾ ਐਨੂਅਲੀ ਇੱਕ ਕਿਸਾਨ ਦਾ ਚੱਲਦਾ ਤੇ ਚੱਲਣਾ ਚਾਹੀਦਾ 1000 ਘੰਟੇ ਜੀ। ਸੋ ਇਸ ਕਰਕੇ ਪਰਾਲੀ ਦੇ ਨਾਲ ਜਿਹੜੀ ਬਹੁਤ ਸਾਰੀ ਮਸ਼ੀਨਰੀ ਹੈ ਉਹ ਵੀ ਆਈ ਹੈ, ਤੇ ਮਸ਼ੀਨਰੀ ਦੇ ਨਾਲ ਫਿਰ ਵੱਡੇ ਟਰੈਕਟਰ ਵੀ ਆਏ ਨੇ ਜੀ। ਅਸੀਂ ਉੱਪਰੋਂ ਕਰ ਰਹੇ ਹਾਂ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਟਾਹਣੀਆਂ ਨੂੰ ਤਰਾਸ਼ ਰਹੇ ਹੈਗੇ ਆ, ਪਰ ਜਿਹੜੀ ਜੜ ਹੈ
ਇੰਨਾ ਪੈਸਾ ਅਸੀਂ ਡਾਈਵਰਸੀਫਿਕੇਸ਼ਨ ਤੇ ਲਾ ਦਈਏ, ਜੀ ਬਿਲਕੁਲ। ਕੋਈ ਮਾਰਕੀਟਿੰਗ ਦੇ ਪ੍ਰਬੰਧ ਕਰ ਦਈਏ, ਹੋਰ ਕੋਈ ਅਲਟਰਨੇਟਿਵ ਦੇਖ ਲਈਏ, ਤਾਂ ਉਹਦੇ ਜ਼ਰੀਏ ਇਹ ਮਸਲਾ ਜਿਹੜਾ ਉਹ ਹੱਲ ਹੋ ਸਕਦਾ ਹੈ। ਜੀ ਚਰਨਜੀਤ ਜੀ, ਤੁਸੀਂ ਹੁਣੀ ਜ਼ਿਕਰ ਕਰਕੇ ਹਟੇ ਹੋ ਕਿ ਸਰਕਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕਤਾ ਮੁਹਿੰਮ ਚਲਾ ਰਹੀ ਹੈ, ਪਿੰਡ ਪਿੰਡ ਜਾ ਕੇ ਜਾਗਰੂਕ ਕਰੇਗੀ। ਤੁਹਾਨੂੰ ਨਹੀਂ ਲੱਗਦਾ ਵੀ ਕਿ ਸਰਕਾਰ ਇਹ ਜਾਗਰੂਕਤਾ ਮੁਹਿੰਮ ਚਲਾਉਣ 'ਚ ਕੁਝ ਦੇਰੀ ਨਾਲ ਕੰਮ ਕਰ ਰਹੀ ਹੈ? ਕਿਉਂਕਿ ਝੋਨੇ ਦੀ ਵਾਢੀ ਤਾਂ ਸ਼ੁਰੂ ਹੋ ਚੁੱਕੀ ਹੈ, ਵੀ ਕਿ ਇਸ ਸਮੇਂ ਥੋੜੀ ਦੇਰੀ ਹੋ ਗਈ। ਇਹੀ ਸਰਕਾਰ ਨੂੰ 1 ਮਹੀਨਾ ਪਹਿਲਾਂ ਕਰਨਾ ਚਾਹੀਦਾ ਸੀ। ਦੇਖੋ, ਇਹੀ ਹੁੰਦਾ ਹੈ ਕਿ ਨਾ ਕਿ ਜਦੋਂ ਸਾਡੇ ਸਿਰ ਤੋਂ ਪਾਣੀ ਲੰਘ ਜਾਂਦਾ ਹੈਗਾ ਜੀ, ਅਸੀਂ ਉਦੋਂ ਤਿਆਰੀ ਸ਼ੁਰੂ ਕਰਦੇ ਹੈਗੇ ਆ, ਸਾਨੂੰ ਚੇਤੇ ਹੀ ਭੁੱਲ ਜਾਂਦਾ ਹੈ। ਹੁਣ ਜਦੋਂ ਇਹ ਸਾਰਾ ਸਿਸਟਮ ਸੀਜ਼ਨ ਲੰਘ ਜਾਏਗਾ, ਜੀ ਚਾਹੀਦਾ ਤਾਂ ਕਿ ਪੂਰਾ ਸਾਲ ਅਸੀਂ ਤਿਆਰੀ ਪ੍ਰਪੇਅਰ ਕਰੀਏ, ਪਹਿਲਾਂ ਇੱਕ ਪਲੈਨਿੰਗ ਬਣਾਈਏ, ਠੀਕ ਹੈ। ਹੁਣ ਜਿਵੇਂ ਸਰਫੇਸ ਸੀਡਰ ਇਹਨਾਂ ਨੇ ਲਾਂਚ ਕੀਤਾ ਹੈਗਾ, ਜੀ ਉਹਦੇ ਲਈ ਹਜੇ ਐਪਲੀਕੇਸ਼ਨਾਂ ਲਈਆਂ ਜਾ ਰਹੀਆਂ ਨੇ। ਜਦੋਂ ਤੱਕ ਉਹ ਕਿਸਾਨਾਂ ਤੱਕ ਪਹੁੰਚਣੇ ਨੇ ਉਦੋਂ ਤੱਕ ਤਾਂ ਲੱਗ ਜਾਣਗੀਆਂ। ਜੀ ਬਿਲਕੁਲ। ਇਹਦਾ ਮਤਲਬ ਅਗਲੇ ਸਾਲ ਕੰਮ ਆਉਣਗੀਆਂ। ਇਸ ਕਰਕੇ ਪੰਜਾਬ ਦੀਆਂ ਜਿਹੜੀਆਂ ਸਰਕਾਰਾਂ ਦੀਆਂ ਪ੍ਰਾਇਓਰਟੀਆਂ ਜਿਹੜੀਆਂ ਉਹ ਉਹਦੀ ਯਾਦ ਆਉਂਦੀਆਂ ਨੇ ਕਿ ਜਦੋਂ ਸਿਰ ਤੇ ਪੈ ਜਾਂਦਾ ਜਾਂ ਕੋਈ ਉਹ ਲੋਕਾਂ ਦਾ ਮੁੱਦਾ ਬਣ ਜਾਂਦਾ ਹੈਗਾ। ਹੁਣ ਕੇਜਰੀਵਾਲ ਨੇ ਵੀ ਤਾਂ ਉੱਥੇ ਪ੍ਰੈਸ ਕਾਨਫਰੰਸ ਕੱਲ੍ਹ ਕੀਤੀ ਹੈਗੀ, ਉਹਦੇ ਵਿੱਚ ਸਾਰੀਆਂ ਚੀਜ਼ਾਂ ਦੱਸੀਆਂ ਨੇ। ਕਿਉਂਕਿ ਮੁੱਦਾ ਤਾਂ ਦੇਖੋ, ਦੇਰ ਸਵੇਰ ਜਦੋਂ ਅੱਗਾਂ ਨੇ ਰੁਝਾਨ ਨੂੰ ਫੜ ਜਾਣਾ ਹੈਗਾ ਤੇ ਲੱਗਣਾ ਤੇ ਹੁਣ 1 ਅਕਤੂਬਰ ਨੂੰ ਤੁਹਾਡੇ ਅੱਜ ਹੋ ਗਈ ਹੈ ਤੇ ਵਾਢੀ ਹੈ ਜਿਹੜੀ ਉਹ ਸ਼ੁਰੂ ਹੋ ਜਾਣੀ ਹੈ ਤੇ ਬਾਸਮਤੀ ਤਾਂ ਬਲਕਿ ਅਗੇਤਾ ਆ ਜਾਂਦਾ ਹੈਗਾ। ਸੋ ਹੋਰ ਤਰ੍ਹਾਂ ਦੇ ਬਹੁਤ ਸਾਰੇ ਸੰਕਟ ਇਹਨਾਂ ਦੇ ਸਿਰ ਕੱਲਾ ਇਹ ਨਹੀਂ। ਇਹ ਠੀਕ ਹੈ ਕਿ ਇਸ ਵਾਰ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਜਿੰਨੇ ਪੰਜਾਬ ਦੇ ਵਿੱਚ ਰਾਈਸ ਸੈਲਰ ਲੱਗੇ ਨੇ ਤੇ ਝੋਨਾ ਸਾਡੇ ਕੋਲੇ ਘੱਟ ਹੈ, ਇਸ ਕਰਕੇ ਫਸਲ ਦੇ ਵੇਚਣ ਦੀ ਤਾਂ ਕਿਸੇ ਕਿਸਮ ਦੀ ਕੋਈ ਦਿੱਕਤ ਪ੍ਰੋਕਿਉਰਮੈਂਟ ਦੇ ਵਿੱਚ ਆਉਣ ਵਾਲੀ ਨਹੀਂ। ਅੱਜ ਮੁੱਖ ਮੰਤਰੀ ਨੇ ਵੀ ਰਾਜਪੁਰਾ ਦੇ ਵਿੱਚ ਕਿਹਾ ਕਿ ਅਸੀਂ ਤੁਹਾਡਾ ਦਾਣਾ ਦਾਣਾ ਪਰਚੇਜ਼ ਕਰਾਂਗੇ। ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਤੁਹਾਡੀ ਟਰਾਲੀ ਤੋਂ ਜਦੋਂ ਦਾਣੇ ਉੱਥੇ ਮੰਡੀ 'ਚ ਡਿੱਗਣਗੇ ਤੇ ਨਾਲ ਦੀ ਨਾਲ ਪੈਸੇ ਤੁਹਾਡੇ ਖਾਤੇ ਦੇ ਵਿੱਚ ਪਾ ਦੇਵਾਂਗੇ। ਇਸ ਤਰ੍ਹਾਂ ਦੇ ਪ੍ਰਬੰਧ ਸਰਕਾਰ ਨੇ ਆਪਣੇ ਤਰੋਂ ਦਾਅਵਾ ਕੀਤਾ ਕਿ ਅਸੀਂ ਕੀਤੇ ਹੋਏ ਨੇ। ਜੀ ਪਰ ਚਰਨਜੀਤ ਜੀ, ਫਿਰ ਉਹੀ ਗੱਲ ਆ ਜਾਂਦੀ ਹੈ ਵੀ ਕਿ ਤੁਹਾਡਾ ਇੰਨਾ ਲੰਬਾ ਤਜਰਬਾ ਹੈ, ਖੇਤੀਬਾੜੀ ਨੂੰ ਤੁਸੀਂ ਕਵਰ ਕਰਦੇ ਆ ਰਹੇ ਹੋ, ਕਿਸਾਨੀ ਨੂੰ ਕਵਰ ਕਰ ਰਹੇ ਹੋ, ਕਿ ਤੁਹਾਨੂੰ ਲੱਗਦਾ ਹੈ ਵੀ ਕਿ ਇਸ ਵਾਰ ਕਿਸਾਨ ਜਿਹੜੇ ਨੇ ਆਪਣੀ ਫਸਲ ਬਿਨਾਂ ਕਿਸੇ ਔਕੜ ਪਰੇਸ਼ਾਨੀ ਤੋਂ ਜਿਹੜਾ ਹੈਗਾ ਮੰਡੀਆਂ ਦੇ ਵਿੱਚ ਵੇਚ ਸਕਣਗੇ? ਤੇ ਇਸ ਦੇ ਨਾਲ ਹੀ ਸਰਕਾਰ ਵੱਲੋਂ ਕਿਹੋ ਜਿਹੇ ਪ੍ਰਬੰਧ ਕੀਤੇ ਗਏ? ਦੇਖੋ, ਇਹ ਹੈ ਵੀ ਜਿਹੜੀਆਂ ਤਕਰੀਬਨ 1870 ਪਰਚੇਜ਼ ਸੈਂਟਰ ਪੰਜਾਬ ਦੇ ਵਿੱਚ ਬਣੇ ਹੋਏ ਨੇ ਜਿੱਥੇ ਫਸਲ ਦੀ ਖਰੀਦ ਹੋਣੀ ਹੈ। ਹਰ ਸਾਲ ਹੀ 1800 1850 ਇੰਨੇ ਕੁ ਖਰੀਦ ਕੇਂਦਰ ਹੁੰਦੇ ਨੇ ਪਰ ਸਰਕਾਰ ਨੇ ਆਪਣੇ ਪ੍ਰਬੰਧ ਕੀਤੇ ਕਿਉਂਕਿ CCL ਵੀ ਸਾਨੂੰ ਜਿਹੜੀ 42,000 ਕਰੋੜ ਸੀ ਉਹ 'ਚੋਂ 37,000 ਕਰੋੜ ਹੈ ਜਿਹੜੀ ਉਹ RBI ਨੇ ਦੇ ਦਿੱਤੀ ਹੈਗੀ ਹੈ। ਇਸ ਕਰਕੇ ਪੇਮੈਂਟ ਦੀ ਕੋਈ ਦਿੱਕਤ ਨਹੀਂ ਹੋਣੀ। ਹੁਣ ਚੌਲ ਮਿਲਾਂ ਪੰਜਾਬ ਦੇ ਵਿੱਚ ਆਤਿਸ਼ ਪਿਛਲੇ ਟਾਈਮ 'ਚ ਬਹੁਤ ਵੱਡੀ ਪੱਧਰ 'ਤੇ ਲੱਗੀਆਂ ਨੇ। ਮੈਨੂੰ ਲੱਗਦਾ ਕਿ 4500 ਨੂੰ ਕ੍ਰਾਸ ਹੋ ਗਈਆਂ ਹੋਣਗੀਆਂ ਇਹ ਸਾਰੇ ਪੰਜਾਬ ਦੇ ਵਿੱਚ। ਹੁਣ ਉਹਦੀ ਡਿਮਾਂਡ ਵੱਧ ਗਈ, ਸਪਲਾਈ ਰਕਬਾ ਤਾਂ ਸਾਡਾ ਉਨਾ ਹੀ ਹੈ। ਜੀ ਬਿਲਕੁਲ। 30-31 ਲੱਖ ਹੈਕਟੇਅਰ ਪਹਿਲਾਂ ਹੁੰਦਾ ਸੀਗਾ, 30-31 ਲੱਖ ਹੈਕਟੇਅਰ ਫਸਲ ਜਿਹੜੀ ਐਤਕੀ ਹੈਗੀ ਹੈ ਤੇ ਉਹ ਵੰਡ ਜਿਹੜੀ ਪਹਿਲਾਂ ਮੰਨ ਲਓ 3000 ਸ਼ੈਲਰਾਂ 'ਚ ਜਾਂਦਾ ਸੀ ਝੋਨਾ, ਉਹ ਹੁਣ ਉਹ 4500 ਸ਼ੈਲਰਾਂ 'ਚ ਜਾਊਗਾ। ਇਸ ਕਰਕੇ ਮਾਰੋ ਮਾਰੇ ਤਾਂ ਚੱਲੇਗੀ ਪੂਰੀ, ਦਿੱਕਤ ਨਹੀਂ ਕਿਸਾਨ ਨੂੰ ਆਏਗੀ। ਹੱਥੋਂ ਹੱਥ ਜਿਹੜੀ ਫਸਲ ਹੈ ਜਿਹੜੀ ਉਹ ਚਲੀ ਜਾਣੀ ਹੈ। ਹੋ ਸਕਦਾ ਥੋੜ੍ਹਾ ਬਹੁਤਾ ਝਾੜ 'ਤੇ ਵੀ ਐਤਕੀ ਅਸਰ ਪਵੇ ਕਿਉਂਕਿ ਕੁਛ ਏਰੀਏ ਦੇ ਵਿੱਚ ਫਲੱਡ ਵੀ ਆਏ ਨੇ, ਦੁਆਰੇ ਝੋਨਾ ਜਿਹੜਾ ਕਿਸਾਨਾਂ ਨੂੰ ਲਾਉਣਾ ਪਿਆ। ਇਹਦੇ ਵਿੱਚ ਕਿਸਾਨਾਂ ਨੂੰ ਤਾਂ ਆਤਿਸ਼ ਕੋਈ ਦਿੱਕਤ ਨਹੀਂ ਆਏਗੀ, ਪਰ ਮੈਨੂੰ ਇਹ ਲੱਗਦਾ ਕਿ ਇਸ ਵਾਰ ਜਿਹੜੀ ਸਪੇਸ ਦੀ ਦਿੱਕਤ ਬਣ ਸਕਦੀ ਹੈਗੀ ਹੈ ਕਿਉਂਕਿ ਪਿਛਲੇ ਸਾਲ ਕੀ ਹੋਇਆ ਕਿ ਭਾਰਤ ਸਰਕਾਰ ਨੇ ਕਹਿ ਦਿੱਤਾ ਸੀ ਕਿ ਜਿਹੜੀ ਕਣਕ ਦੀ ਫਸਲ ਹੈ ਉਹ ਤੁਸੀਂ ਕਵਰਡ ਗੋਦਾਮਾਂ ਚ ਲਾਉਣੀ ਹੈ। ਪਹਿਲਾਂ ਤੁਸੀਂ ਦੇਖਿਆ ਉਹ ਓਪਨ ਪਲੰਥਾਂ ਦੇ ਵਿੱਚ ਲਾ ਦਿੰਦੇ ਸੀ। ਬਿਲਕੁਲ। ਹੁਣ ਉੱਥੇ ਹੀ ਕਣਕ ਲਾ ਦਿੱਤੀ ਹੈ। ਉੱਥੇ ਹੀ ਜਦੋਂ ਹੁਣ ਅਸੀਂ ਜਿਹੜਾ ਫਸਲ ਹੈ ਝੋਨਾ ਹੈ ਜਿਹੜਾ ਸਿੱਧਾ ਸ਼ੈਲਰਾਂ 'ਚ ਜਾਏਗਾ, ਚੌਲ ਮਿੱਲਾਂ 'ਚ ਜਾਏਗਾ ਸਿੱਧਾ ਮੰਡੀਆਂ 'ਚੋਂ, ਫਿਰ ਉਹ ਉਹਦੀ ਡਿਲੀਵਰੀ ਦੇਣਗੇ ਮਿਲਿੰਗ ਕਰਕੇ, ਉਹਦੀ ਛੜਾਈ ਕਹਿੰਦੇ ਜਿਹਨੂੰ ਆਪਾਂ, ਮਿਲਿੰਗ ਕਰਕੇ ਉਹ ਦੇਣਗੇ ਸਾਨੂੰ ਨਵੰਬਰ ਦੇ ਅਖੀਰ ਤੋਂ ਸ਼ੁਰੂ, ਦਸੰਬਰ 'ਚ ਸ਼ੁਰੂ ਹੋ ਜਾਣਾ ਹੈਗਾ। ਤਾਂ 182 ਲੱਖ ਜਿਹੜਾ ਪ੍ਰੋਕਿਓਰ ਕਰਨਾ ਝੋਨਾ, ਬਿਲਕੁਲ ਉਹਦੇ ਵਿੱਚ ਜਿਹੜਾ ਚੌਲ ਨਿਕਲੂਗਾ ਉਹ 120 ਲੱਖ MT ਨਿਕਲਣਾ ਹੈਗਾ। ਹੁਣ 120 ਲੱਖ ਲਈ ਤੁਹਾਡੇ ਕੋਲ ਸਪੇਸ ਹੈ ਕਿ ਇਹਨੂੰ ਰੱਖਾਂਗੇ ਕਿੱਥੇ? ਤਾਂ ਇਸ ਵੇਲੇ ਜਿਹੜੇ ਅੰਕੜੇ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ 50 ਲੱਖ MT ਫਸਲ ਸੰਭਾਲਣ ਲਈ ਹਜੇ ਕੋਈ ਸਪੇਸ ਨਹੀਂ ਬਣੀ ਹੈਗੀ ਹੈ। ਪਰ FCI ਜਾਂ ਪੰਜਾਬ ਸਰਕਾਰ ਦਾ ਇਹ ਦਾਅਵਾ ਹੈ ਕਿ ਹਰ ਮਹੀਨੇ ਜਿਹੜਾ 15 ਤੋਂ 16 ਲੱਖ ਅਨਾਜ ਹੈ ਜਿਹੜਾ ਉਹ ਮੂਵ ਹੋ ਰਿਹਾ ਦੂਜੀਆਂ ਸਟੇਟਾਂ ਦੇ ਵਿੱਚ, ਤੇ ਉਦੋਂ ਤੱਕ ਜਨਵਰੀ ਤੱਕ ਜਦੋਂ ਤੱਕ ਸਾਰੀ ਮਿਲਿੰਗ ਕੰਪਲੀਟ ਹੋਣੀ ਹੈ ਉਦੋਂ ਤੱਕ ਅਸੀਂ ਸਪੇਸ ਬਣਾ ਲਵਾਂਗੇ। ਸੋ ਮੁੱਢਲੇ ਜਿਹੜੇ ਸਾਨੂੰ ਪ੍ਰਬੰਧਾਂ ਤੋਂ ਦੇਖਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਕੋਈ ਮੀਨ ਮੇਖ ਨਜ਼ਰ ਨਹੀਂ ਆ ਰਹੀ ਕਿਸੇ ਕਿਸਮ ਦੀ, ਪਰ ਇੰਨਾ ਜ਼ਰੂਰ ਹੈ ਕਿ ਸਪੇਸ ਨੂੰ ਲੈ ਕੇ ਕਿਸੇ ਕਿਸਮ ਦਾ ਸੰਕਟ ਬਣ ਸਕਦਾ ਹੈ। ਉਹਦੇ ਵਿੱਚ ਕਿਸਾਨ ਨਹੀਂ ਪ੍ਰਭਾਵਿਤ ਹੋਏਗਾ, ਚੌਲ ਮਿੱਲਾਂ ਵਾਲੇ ਜਾਂ ਸਰਕਾਰ ਜ਼ਰੂਰ ਖੱਜਲ ਹੋ ਸਕਦੀ ਹੈ।
ਜੀ, ਇਹ ਸਨ ਮੇਰੇ ਸਾਥੀ ਪੱਤਰਕਾਰ ਸ਼੍ਰੀ ਚਰਨਜੀਤ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।